ਬਚਿੰਤ ਕੌਰ ਦੀ ਸਵੈ ਜੀਵਨੀ ਪਗਡੰਡੀਆਂ ਦਾ ਅਗਲਾ ਭਾਗ ਹੈ। ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ। ਇਹ ਗੱਲ ਪਹਿਲਾਂ ਤੋਂ ਹੀ ਪੱਕੀ ਹੋ ਚੁੱਕੀ ਸੀ ਕਿ ਮੁਕਲਾਵਾ ਵਿਆਹ ਤੋਂ 30 ਵਰ੍ਹੇ ਤੋਰਿਆ ਜਾਏਗਾ। ਮੁਕਲਾਵੇ ਦੀ ਦੋਹਾਂ ਧਿਰਾਂ ਨੂੰ ਕੋਈ ਕਾਹਲੀ ਨਹੀਂ ਸੀ, ਸਿਰਫ ਵਿਆਹ ਦੀ ਹੀ ਕਾਹਲੀ ਸੀ ਦੋਹੀਂ ਪਾਸੇ। ਦਿੱਲੀ ਵਾਲਿਆਂ ਨੂੰ ਇਸ ਲਈ ਕਿ ਮੁੰਡਾ ਹੱਥੋਂ ਨਿਕਲਦਾ ਜਾ ਰਿਹਾ ਸੀ। ਭੈੜੀ ਸੰਗਤ 'ਚ ਉੱਠਣ ਬੈਠਣ ਦੀ ਉਹਦੀ ਆਦਤ ਵੱਧਦੀ ਜਾ ਰਹੀ ਸੀ। ਕਈ ਰਾਤਾਂ ਘਰ ਨਹੀਂ ਸੀ ਵੜਦਾ ਅਤੇ ਕਦੇ ਲੀਲਾ ਰਾਮ ਵਾਲਿਆਂ ਦੇ, ਕਦੇ ਉੱਤਮ ਵਾਲਿਆਂ ਦੇ ਪਿਓ ਕੋਲ ਕੰਮ ਸਿੱਖਦਾ ਸੀ, ਪਰ ਦੁਕਾਨ ਉੱਤੇ ਆਉਂਦਾ ਜਾਂਦਾ ਸੀ ਆਪਣੀ ਮਰਜ਼ੀ ਨਾਲ ਹੀ। ਖੇਡਣ ਅਤੇ ਪੀਣ ਵਾਲਿਆਂ ਕੋਲ ਉਹਦਾ ਬਹੁਤਾ ਉੱਠਣ ਬੈਠਣ ਸੀ, ਜਿਸ ਕਰਕੇ ਘਰਦਿਆਂ ਨੇ ਸਲਾਹ ਕੀਤੀ ਵੀ ਜਿੰਨੀ ਛੇਤੀ ਹੋ ਸਕੇ ਸ਼ਾਦੀ ਕਰ ਦਿੱਤੀ ਜਾਏ। ਸੋ ਸ਼ਾਦੀ ਹੋ ਗਈ। ਵਿਆਹ ਵੇਲੇ ਮੇਰੇ ਘਰਦਿਆਂ ਨੂੰ ਵੀ ਇੱਕ ਸਮੱਸਿਆ ਨੇ ਆ ਘੇਰਿਆ ਸੀ, ਜਿਸ ਕਰਕੇ 1951 'ਚ ਮੈਨੂੰ 5ਵੀਂ ਜਮਾਤ ਵੀ ਪਾਸ ਨਹੀਂ ਕਰਨ ਦਿੱਤੀ ਗਈ ਕਿ ਮੇਰਾ ਵਿਆਹ ਕਰ ਦਿੱਤਾ ਗਿਆ। 1947 ਦੀ ਵੱਢ ਟੁੱਕ ਹੋਣ ਪਿੱਛੋਂ ਮੇਰੀ ਭੂਆ ਮਲੇਰਕੋਟਲੇ ਤੋਂ ਆਪਣੀਆਂ 6 ਧੀਆਂ ਲੈ ਕੇ ਅੰਮਾਂ ਕੋਲ ਪਿੰਡ ਰਹਿਣ ਲੱਗ ਪਈ ਸੀ। 2 ਵੱਡੀਆਂ ਕੁੜੀਆਂ ਉਹਨੇ ਕਿਵੇਂ ਬੰਬਈ ਵਿਆਹ ਦਿੱਤੀਆਂ ਸੀ। ਮਲੇਰਕੋਟਲੇ ਭੂਆ ਮੁਸਲਮਾਨਾਂ ਦੇ ਮਹੱਲੇ 'ਚ ਰਹਿੰਦੀ ਸੀ, ਪਰ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਲੇ ਸਾਰਾ ਮਹੱਲਾ ਉੱਜੜ ਗਿਆ। ਬਹੁਤ ਸਾਰੇ ਲੋਕ ਮਾਰੇ ਗਏ, ਕੁਝ ਬਚੇ ਖੁਚੇ ਪਾਕਿਸਤਾਨ ਚਲੇ ਗਏ। ਫੁੱਫੜ ਮੁੱਢ ਤੋਂ ਹੀ ਨਸ਼ੇ ਦਾ ਮਾਰਿਆ ਅਤੇ ਐਬਾਂ ਦਾ ਭਰਿਆ ਸੀ। ਉਹ ਕਈ ਮਹੀਨੇ ਬਿਮਾਰੀ ਨਾਲ ਘੁਲ ਕੇ ਇੱਕ ਦਿਨ ਰੱਬ ਨੂੰ ਪਿਆਰਾ ਹੋ ਗਿਆ। ਮੁਸਲਮਾਨਾਂ ਦੇ ਉੱਜੜ ਜਾਣ ਕਰਕੇ ਉਂਝ ਵੀ ਸਾਰਾ ਮਹੱਲਾ ਭਾਂ ਕਰ ਰਿਹਾ ਸੀ। ਐਸੇ ਮਹੱਲੇ 'ਚ 8 ਧੀਆਂ ਦੀ ਮਾਂ ਇਕੱਲੀ ਕਾਰੀ ਕਿਵੇਂ ਰਹਿ ਸਕਦੀ ਸੀ। ਸੋ ਅੰਮਾ ਫੁੱਫੜ ਦਾ ਸੰਸਕਾਰ ਕਰਨ ਪਿੱਛੋਂ ਭੂਆ ਨੂੰ ਕੁੜੀਆਂ ਸਮੇਤ ਪਿੰਡ ਭੜੋ ਲੈ ਆਈ ਅਤੇ ਆਉਂਦਿਆਂ ਸਾਰੀ 2 ਵੱਡੀਆਂ ਕੁੜੀਆਂ ਲਈ ਜਿਹੋ ਜਿਹੇ ਵੀ ਲੱਭੇ ਮੁੰਡੇ ਟੋਲ ਕੇ ਦੋਹਾਂ ਦਾ ਵਿਆਹ ਕਰਤਾ। ਇਹਨਾਂ ਦੋਹਾਂ ਮੁੰਡਿਆਂ ਵਿੱਚੋਂ ਇੱਕ ਸੀ ਡਰਾਈਵਰ, ਦੂਜਾ ਸੀ ਫੌਜੀ। ਦੋਹਾਂ ਨੇ ਪਹਿਲੇ ਫੇਰੇ ਭੂਆ ਕੋਲ ਆ ਕੇ ਰੋਣਾ ਧੋਣਾ ਸ਼ੁਰੂ ਕਰਤਾ। ਇੱਕ ਕਹੇ ਡਰਾਈਵਰ ਬਹੁਤ ਸ਼ਰਾਬੀ ਆਦਮੀ ਹੈ, ਮੈਂ ਉਹਦੇ ਘਰ ਨਹੀਂ ਜਾਣਾ, ਅਤੇ ਦੂਜੀ ਨੇ ਦੱਸਿਆ ਵੀ ਉਹਦਾ ਫੌਜੀ ਪਤੀ ਤਾਂ ਫੌਜ ਨਾਲ ਬਦਲ ਕੇ ਵਿਆਹ ਪਿੱਛੋਂ ਰੁੜਕੀ ਚਲਾ ਗਿਆ ਅਤੇ ਪਿੱਛੋਂ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਹੈ। ਸੋ ਵਿਆਹੀਆਂ ਹੋਈਆਂ ਵੀ ਅਣਵਿਆਹੀਆਂ ਜੀਆਂ ਹੋ ਗਈਆਂ। ਮਹੀਨਾ 2 ਮਹੀਨੇ 6 ਮਹੀਨੇ ਆਖਰ ਦੋਹਾਂ ਦੇ ਸਹੁਰਿਆਂ ਤੋਂ ਕੋਈ ਨਾ ਕੋਈ ਲੈਣ ਆਵੇ। ਭੂਆ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਖਾਲੀ ਮੋੜ ਦੇਵੇ। ਆਖਰ ਇਹ ਗੱਲ ਕਿੱਥੋਂ ਤੱਕ ਚੱਲ ਸਕਦੀ ਸੀ। ਅੰਤ ਅੰਮਾ ਅਤੇ ਭੂਆ ਨੇ ਇੱਕ ਰਾਤ ਚਿਰ ਤੱਕ ਬੈਠ ਕੇ ਸੋਚਿਆ ਵੀ ਦੋਹਾਂ ਦੇ ਸਹੁਰਿਆਂ 'ਚੋਂ ਘਰ ਦੇ ਸਿਆਣੇ ਬੰਦਿਆਂ ਨਾਲ ਸਾਰੀ ਗੱਲ ਚੰਗੀ ਤਰ੍ਹਾਂ ਖੋਲ੍ਹ ਕੇ ਕਰ ਲਈ ਜਾਏ। ਜੇ ਉਹ ਸਿੱਧੇ ਰਸਤੇ ਤੁਰਨ ਲਈ ਤਿਆਰ ਹੋਣ ਤਾਂ ਦੋਹਾਂ ਕੁੜੀਆਂ ਨੂੰ ਉਹਨਾਂ ਦੇ ਘਰ ਤੋਰਤਾ ਜਾਏ। ਆਖਰ ਧੀਆਂ ਦਾ ਧਨ ਕਦੋਂ ਤੱਕ ਆਪਣੇ ਘਰ ਰੱਖ ਸਕਦੀਆਂ ਸੀ। ਉੱਧਰ ਜਦੋਂ ਦੋਹਾਂ ਭੈਣਾਂ ਨੂੰ ਇਸ ਗੱਲ ਦੀ ਸੂਹ ਲੱਗੀ ਕਿ ਅਮਨ ਅਤੇ ਬੀਬੀ ਸਾਨੂੰ ਮੱਲੋ ਜੋਰੀ ਸਹੁਰੇ ਤੋਰਨਗੀਆਂ, ਤਾਂ ਉਹ ਦੋਵੇਂ ਚੋਰੀ ਆਪਣੀਆਂ ਵੱਡੀਆਂ ਭੈਣਾਂ ਕੋਲ ਬੰਬਈ ਚਲੀਆਂ ਗਈਆਂ। ਪਹਿਲਾਂ ਕਿੰਨਾ ਚਿਰ ਪਿੰਡ 'ਚ ਉਂਝ ਹੀ ਰੌਲਾ ਪਿਆ ਰਿਹਾ ਵੀ ਕੁੜੀਆਂ ਕਿਧਰੇ ਭੱਜ ਗਈਆਂ, ਪਰ ਜਦੋਂ ਬੰਬਈ ਤੋਂ ਭੂਆ ਦੀ ਵੱਡੀ ਧੀ ਦੀ ਚਿੱਠੀ ਪਿੰਡ ਪਹੁੰਚੀ ਵੀ ਦੋਵੇਂ ਕੁੜੀਆਂ ਇੱਥੇ ਸਾਡੇ ਕੋਲ ਹੈ, ਤੁਸੀਂ ਫਿਕਰ ਨਾ ਕਰਨਾ, ਤਾਂ ਅੰਮਾ ਅਤੇ ਭੂਆ ਦੀ ਜਾਨ ਮਾੜੀ ਜਿਹੀ ਸੁਖਾਲੀ ਹੋਈ। ਪਰ ਇੱਕ ਨਵਾਂ ਸਿਆਪਾ ਹੋਰ ਛਿੜ ਗਿਆ ਕਿ ਡਰਾਈਵਰ ਇੱਕ ਦਿਨ 4-5 ਬੰਦੇ ਨਾਲ ਲੈ ਕੇ ਪਿੰਡ ਅੰਮਾ ਕੋਲ ਆਇਆ। ਉਹਨੇ ਸਿੱਧੀ ਇੱਕੋ ਗੱਲ ਭੂਆ ਅਤੇ ਅੰਮਾ ਨੂੰ ਕਹੀ ਕਿ ਨਹੀਂ ਤਾਂ ਉਹ ਬੰਬਈ ਤੋਂ ਕੁੜੀ ਨੂੰ ਬੁਲਾ ਕੇ ਉਹਦੇ ਨਾਲ ਤੋਰਨ, ਨਹੀਂ ਉਹ ਪਟਿਆਲੇ ਸਕੂਲ 'ਚ ਪੜ੍ਹਦੀ ਉਹਦੀ ਪੋਤੀ ਬਚਿੰਤ ਨੂੰ ਚੁੱਕ ਲਿਜਾਣਗੇ। ਜਦੋਂ ਇਹ ਗੱਲ ਅੰਮਾ ਨੇ ਪਟਿਆਲੇ ਆ ਕੇ ਮੇਰੀ ਬੇਬੇ ਨੂੰ ਦੱਸੀ ਤਾਂ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਉਹ ਤਾਂ ਅੱਜ ਕੱਲ੍ਹ ਖੁਦ ਪਟਿਆਲੇ ਨਿੱਕੇ ਨਿਆਣਿਆਂ ਨਾਲ ਇਕੱਲੀ ਸੀ। ਬਾਈ ਜੀ ਦੀ ਬਦਲੀ ਤਾਂ ਫੌਜੀ ਹੋਣ ਕਰਕੇ ਪਟਿਆਲੇ ਤੋਂ ਸਦਾ ਬਾਹਰ ਹੀ ਹੋਈ ਰਹਿੰਦੀ। ਤਾਂਹੀਓ ਹੀ ਬੇਬੇ ਨੇ ਭਾਈ ਚੇਤ ਸਿੰਘ ਨੂੰ ਕਹਿ ਕੇ ਮੇਰੇ ਲਈ ਐਡੀ ਦੂਰ ਦਿੱਲੀ ਮੁੰਡਾ ਲੱਭਿਆ ਸੀ, ਅਤੇ ਜਿੱਥੇ ਕਦੇ ਉਸ ਡਰਾਈਵਰ ਦੀ ਪਹੁੰਚ ਹੀ ਨਾ ਹੋ ਸਕੇ। ਇਹੀ ਕਾਰਨ ਸੀ ਵੀ ਮੇਰੇ ਘਰਦਿਆਂ ਨੇ ਮੇਰਾ ਵਿਆਹ ਦਿਨਾਂ 'ਚ ਹੀ ਪੱਕਾ ਕਰਤਾ ਅਤੇ ਬਾਈ ਜੀ ਦੀ ਛੁੱਟੀ ਆਉਂਦਿਆਂ ਹੀ ਜਿਵੇਂ ਕਿਵੇਂ ਹੋਇਆ ਘਰਦਿਆਂ ਨੇ ਵਿਆਹ ਕਰਤਾ। ਵਿਆਹ ਤਾਂ ਹੋ ਗਿਆ, ਪਰ ਮੇਰੇ ਵਿਆਹ ਦੀ ਖਬਰ ਪਿੰਡ ਤੱਕ ਨਹੀਂ ਸੀ ਪਹੁੰਚਣ ਦਿੱਤੀ, ਤਾਂ ਕਿ ਉਸ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਾ ਚੱਲ ਜਾਏ ਅਤੇ ਉਹ ਹੋਰ ਕੋਈ ਟੰਟਾ ਖੜਾ ਨਾ ਕਰ ਦੇ। ਉੱਧਰ ਅੰਮਾ ਅਤੇ ਭੂਆ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਸੀ। ਸਾਰੀਆਂ ਕੁੜੀਆਂ ਵਿੱਚੋਂ ਮੈਂ ਹੀ ਜ਼ਰਾ ਮੂੰਹ ਮੱਥੇ ਲੱਗਦੀ ਸੀ, ਜਿਸ ਕਰਕੇ ਡਰਾਈਵਰ ਦੀ ਮੇਰੇ ਉੱਤੇ ਹੀ ਅੱਖ ਉਹੀ ਗੱਲ ਹੋਈ ਜਿਹਦਾ ਡਰ ਸੀ। ਬੰਬਈ ਨੂੰ ਕਈ ਚਿੱਠੀਆਂ ਪਾਉਣ ਪਿੱਛੋਂ ਜਦੋਂ ਕੋਈ ਉੱਤਰ ਨਾ ਆਇਆ ਤਾਂ ਡਰਾਈਵਰ ਨੇ ਅੰਮਾ ਅਤੇ ਭੂਆ ਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਕਿ ਹੁਣ ਬੁੜੀਏ, ਤੇਰੀ ਪੋਤੀ ਬਚਿੰਤ ਨੂੰ ਜੇ ਮੈਂ ਨਾ ਚੁੱਕ ਕੇ ਆਪਣੇ ਘਰ ਲਿਆਂਦਾ ਤਾਂ ਤੂੰ ਮੈਨੂੰ ਪਿਓ ਦਾ ਨਾ ਜਾਣੀ। ਪਰ ਮੇਰੇ ਬਾਈ ਜੀ ਨੂੰ ਇਸ ਸਾਰੀ ਗੱਲ ਦਾ ਭੇਤ ਅੰਮਾ ਨੇ ਨਹੀਂ ਸੀ ਦਿੱਤਾ। ਨਾ ਬੇਬੇ ਨੇ ਛੁੱਟੀ ਆਏ ਬਾਈ ਜੀ ਕੋਲੇ ਗੱਲ ਕੀਤੀ। ਵਿਆਹ ਦੇ ਅਗਲੇ ਹਫ਼ਤੇ ਹੀ ਬਾਈ ਜੀ ਮੁੜ ਆਪਣੀ ਡਿਊਟੀ ਉੱਤੇ ਛੰਭ ਜੋੜੀਆਂ ਜੰਮੂ ਦੇ ਇਲਾਕੇ 'ਚ ਚਲੇ ਗਏ ਅਤੇ ਮੁੜ ਉਹਨਾਂ ਨੇ ਸਾਲ ਪਿੱਛੋਂ ਹੀ ਛੁੱਟੀ ਆਉਣਾ ਸੀ। ਮਗਰੋਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੀ ਬੇਬੇ ਉੱਤੇ ਹੀ ਸੀ। ਘਰ ਵਿੱਚ ਜਿੰਨੇ ਵੀ ਬਿਪਤਾ ਆ ਪੈਂਦੇ ਸਭ ਕੁਝ ਆਪਣੇ ਹੱਡਾਂ ਉੱਤੇ ਸਹਿੰਦੀ।
ਮੇਰਾ ਵਿਆਹ ਸੁੱਖ ਸਾਂਦ ਨਾਲ ਸੰਪੂਰਨ ਹੋਣ ਪਿੱਛੋਂ ਬੇਬੇ ਦੇ ਦਿਲ ਤੋਂ ਜਿਵੇਂ ਮਣਾ ਮੂੰਹ ਬੋਝ ਲੈ ਗਿਆ ਸੀ। ਜਦੋਂ ਮੈਂ ਵਿਆਹੁਲੇ ਗੇੜੇ ਮੁੜ ਕੇ ਆਈ ਤਾਂ ਬੇਬੇ ਬਹੁਤ ਖੁਸ਼ ਸੀ। ਨੈਣ ਪ੍ਰਸੀਨੀ ਦੀਆਂ ਸਾਰੀਆਂ ਗੱਲਾਂ ਸੁਣ ਬੇਬੇ ਨੂੰ ਪੱਕਾ ਭਰੋਸਾ ਹੋ ਗਿਆ ਸੀ ਕਿ ਉਹਦੀ ਧੀ ਆਪਣੇ ਘਰ ਸੁਖੀ ਵਸੇਗੀ। ਮੈਨੂੰ ਸਹੁਰੇ ਆਈ ਨੂੰ ਮਹੀਨਾ ਸਵਾ ਮਹੀਨਾ ਹੋ ਚੁੱਕਿਆ ਸੀ। ਮੈਂ ਸਖੀਆਂ ਸਹੇਲੀਆਂ ਦੇ ਘਰ ਆਉਂਦੀ ਜਾਂਦੀ, ਸੋਹਣੇ ਸੋਹਣੇ ਵਰੀ ਦੇ ਸੂਟ ਪਹਿਨਦੀ ਅਤੇ ਦਿੱਲੀ ਬਾਰੇ ਗੱਲਾਂ ਕਰਦੀ, ਪਰ ਮੇਰੀ ਬੇਬੇ ਪਰਛਾਈ ਦੀ ਤਰ੍ਹਾਂ ਮੇਰੇ ਨਾਲ ਨਾਲ ਰਹਿੰਦੀ। ਉਹ ਇੱਕ ਪਲ ਲਈ ਵੀ ਮੈਨੂੰ ਬਾਹਰ ਇਕੱਲਿਆਂ ਨਹੀਂ ਸੀ ਜਾਣ ਦਿੰਦੀ। ਉਹਦੇ ਦਿਲ ਨੂੰ ਅਜੇ ਵੀ ਉਸ ਡਰਾਈਵਰ ਦੇ ਕਹੇ ਬੋਲਾਂ ਦਾ ਹੌਲ ਖਾਈ ਤੁਰਿਆ ਜਾਂਦਾ ਸੀ, ਕਿਉਂਕਿ ਬਾਈ ਜੀ ਤਾਂ ਛੁੱਟੀ ਕੱਟ ਕੇ ਮੁੜ ਆਪਣੀ ਪਲਟਨ 'ਚ ਜੰਮੂ ਚਲੇ ਗਏ ਸੀ ਅਤੇ ਅੰਮਾਂ ਅਤੇ ਭੂਆ ਵਿਆਹ ਪਿੱਛੋਂ ਮੁੜ ਪਿੰਡ ਨੂੰ ਜਾ ਚੁੱਕੀਆਂ ਸੀ। ਹੁਣ ਬੇਬੇ ਨੂੰ ਇਕੱਲਿਆਂ ਮੇਰੀ ਹਰ ਥਾਂ ਰਾਖੀ ਰੱਖਣੀ ਬੜੀ ਔਖੀ ਸੀ। ਛੋਟੇ ਭੈਣ ਭਾਈ ਸਾਰੇ ਸਕੂਲ ਚਲੇ ਜਾਂਦੇ, ਵੱਡੀ ਭੈਣ ਆਪਣੇ ਸਹੁਰੇ ਚਲੀ ਗਈ ਅਤੇ ਜੇਠ ਹਾੜ ਦਾ ਮਹੀਨਾ ਮੈਂ ਅਤੇ ਬੇਬੇ ਦਿਨ ਵੇਲੇ ਘਰ 'ਚ ਇਕੱਲੀਆਂ ਹੀ ਹੁੰਦੀਆਂ। ਮੁਕਲਾਵਾ ਅਜੇ 2-3 ਵਰ੍ਹਿਆਂ ਤੱਕ ਤੋਰਨਾ ਸੀ। ਇੱਕ ਦਿਨ ਮੇਰੀ ਸਹੇਲੀ ਸ਼ਾਂਤੀ ਸਾਡੇ ਘਰ ਆਈ ਅਤੇ ਕਹਿਣ ਲੱਗੀ, ਬਚਿੰਦਰ ਚੱਲ ਆਪਾਂ ਦੋਵੇਂ ਬੁੱਧੀਮਾਨੀ ਕਰ ਲੈਂਦੀਆਂ। ਉਦੋਂ ਗਿਆਨੀ ਬੁੱਧੀਮਾਨੀ ਕਰਨ ਲਈ 10ਵੀਂ ਪਾਸ ਹੋਣਾ ਜ਼ਰੂਰੀ ਨਹੀਂ ਸੀ। ਸ਼ਾਂਤੀ ਬਹੁਤ ਅਮੀਰ ਘਰ ਦੀ ਕੁੜੀ ਸੀ। ਉਸ ਜ਼ਮਾਨੇ 'ਚ ਉਹਨਾਂ ਦੇ ਘਰ ਇੱਕ ਕਾਰ ਸੀ, ਦੋਵਾਂ ਭਰਾਵਾਂ ਕੋਲ ਮੋਟਰਸਾਈਕਲ ਅਤੇ ਉਹਨਾਂ ਦੇ 2-3 ਟਰੱਕ ਵੀ ਚੱਲਦੇ ਸੀ। ਮੈਂ ਬੇਬੇ ਨੂੰ ਬੁੱਧੀਮਾਨੀ 'ਚ ਦਾਖਲਾ ਲੈਣ ਲਈ ਪੁੱਛਿਆ। ਬੇਬੇ ਝੱਟ ਰਾਜੀ ਹੋ ਗਈ, ਕਿਉਂਕਿ ਸ਼ਾਂਤੀ ਦੇ ਨਾਲ ਮੈਂ ਕਾਰ 'ਚ ਸਕੂਲ ਜਾਣਾ ਸੀ ਅਤੇ ਉਹਦੇ ਨਾਲ ਹੀ ਵਾਪਸ ਘਰ ਆਉਣਾ ਸੀ। ਇਹ ਸਾਥ ਹੋਣ ਕਰਕੇ ਬੇਬੇ ਅੱਗੇ ਮੇਰੀ ਪੜ੍ਹਾਈ ਲਈ ਖੁਸ਼ੀ ਮੰਨ ਗਈ ਅਤੇ ਇਉਂ ਮੈਂ ਅਤੇ ਸ਼ਾਂਤੀ ਨੇ ਕਿਲ੍ਹੇ ਦੇ ਚੌਂਕ ਤੋਂ ਸੈਫਾਬਾਦੀ ਦਰਵਾਜ਼ੇ ਵੱਲ ਜਾਂਦੀ ਸੜਕ ਉੱਤੇ ਖੁੱਲ੍ਹੇ ਇੱਕ ਨਵੇਂ ਪ੍ਰਾਈਵੇਟ ਗਿਆਨੀ ਦੇ ਕਾਲਜ 'ਚ ਦਾਖਲਾ ਲੈ ਲਿਆ। ਅਜੇ ਅਸੀਂ ਦੋਵੇਂ ਹਫ਼ਤਾ ਭਰ ਕਲਾਸ 'ਚ ਗਈਆਂ ਹੋਵਾਂਗੀਆਂ ਕਿ ਦਿੱਲੀ ਤੋਂ ਮੇਰੇ ਪਤੀ ਦੇਵ ਪਟਿਆਲੇ ਆਏ। ਬੇਬੇ ਨੇ ਸਮਝਿਆ ਪ੍ਰਾਹੁਣਾ ਐਵੇਂ ਮਿਲਣ ਗਿਲਣ ਆਇਆ ਹੋਏਗਾ, ਪਰ ਮੇਰੇ ਪਤੀ ਨੇ ਆ ਕੇ ਦੱਸਿਆ ਕਿ ਮੇਰੀ ਮਾਂ ਬਹੁਤ ਬਿਮਾਰ ਹੈ, ਇਸ ਲਈ ਘਰਦਿਆਂ ਨੇ ਮੈਨੂੰ ਬਚਿੰਤ ਨੂੰ ਲੈਣ ਲਈ ਭੇਜਿਆ। ਉਹਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਬਚਣ ਦੀ ਕੋਈ ਆਸਾਰ ਨਜ਼ਰ ਨਹੀਂ ਆਉਂਦੇ। ਘਰ 'ਚ ਬੇਬੇ ਇਕੱਲੀ ਸੀ, ਕਿਸੇ ਨਾਲ ਸਲਾਹ ਕੀ ਕਰਦੀ। ਮੇਰੇ ਦੇਵ ਤਾਂ ਸਵੇਰੇ 7 ਵਜੇ ਦੀ ਗੱਡੀ ਮੁੜਨਾ ਚਾਹੁੰਦੇ ਸੀ, ਪਰ ਬੇਬੇ ਬਿਨਾਂ ਮੁਕਲਾਈ ਧੀ ਨੂੰ ਕਿਵੇਂ ਸਹੁਰੇ ਭੇਜ ਤੋਰੇ। ਬੜੀ ਪਰੇਸ਼ਾਨ। ਉਹਨੇ ਰਿਸ਼ਤੇ 'ਚ ਲੱਗਦੀ ਮੇਰੀ ਇੱਕ ਚਾਚੀ ਨਾਲ ਸਲਾਹ ਕੀਤੀ ਵੀ ਪ੍ਰਾਹੁਣਾ ਕੁੜੀ ਨੂੰ ਲੈਣ ਆਇਆ, ਉਹਦੀ ਮਾਂ ਬਹੁਤ ਬਿਮਾਰ ਹੈ। ਚਾਚੀ ਨੇ ਕਿਹਾ, ਆਖਰ ਹੁਣ ਤਾਂ ਕੁੜੀ ਪਰਾਈ ਹੈ, ਤੂੰ ਰੱਬ ਦਾ ਨਾਂ ਲੈ ਕੇ ਤੋਰ ਦੇ। ਆਪਣੇ ਸਹੁਰੇ ਘਰ ਹੀ ਜਾ ਰਹੀ ਹੈ, ਕਿਤੇ ਹੋਰ ਤਾਂ ਨਹੀਂ ਜਾ ਰਹੀ, ਅਤੇ ਜੇ ਕੱਲ੍ਹ ਕਲਾਂ ਨੂੰ ਉਹਦੀ ਮਾਂ ਨੂੰ ਕੋਈ ਮਾੜੀ ਚੰਗੀ ਗੱਲ ਹੋ ਗਈ, ਸਾਰੀ ਉਮਰ ਦਾ ਲਾਂਭਾ ਰਹੂਗਾ ਤੇਰੇ ਸਿਰ, ਫਿਰ ਨਵੀਂ ਰਿਸ਼ਤੇਦਾਰੀ ਹੈ। ਬੇਬੇ ਨੇ ਚਾਚੀ ਦੀ ਸਲਾਹ ਮੰਨ ਕੇ ਰਾਤੋਂ ਰਾਤ ਇੱਕ ਮੇਰਾ ਸੂਟ, ਇੱਕ ਪੱਗ ਮੇਰੇ ਪਤੀ ਦੀ ਅਤੇ 2.5 ਸੇਰ ਲੱਡੂਆਂ ਦਾ ਇੰਤਜ਼ਾਮ ਕਰਕੇ ਦੁਚਿੱਤੀ ਜਿਹੀ 'ਚ ਮੈਨੂੰ ਰੋਂਦੀ ਨੂੰ ਸਵੇਰ ਦੀ ਗੱਡੀ ਦਿੱਲੀ ਤੋਰ ਦਿੱਤਾ। ਬੁੱਧੀਮਾਨੀ ਰਹਿ ਗਈ ਥਾਂ ਦੀ ਥਾਂ। ਅੱਜ ਸਹੁਰੇ ਜਾਣ ਸਮੇਂ ਮੈਂ ਪਤਾ ਨਹੀਂ ਕਿਉਂ ਬਹੁਤ ਰੋ ਰਹੀ ਸੀ। ਅਜੇ ਤੱਕ ਮੈਂ ਆਪਣੇ ਪਤੀ ਦੇ ਸਾਹਮਣੇ ਨਹੀਂ ਸੀ ਹੋਈ। ਰਾਤੀ ਜਦੋਂ ਘਰ ਆਏ ਸੀ ਤਾਂ ਮੈਂ ਮਨ ਹੀ ਮਨ ਬਹੁਤ ਖੁਸ਼ ਸੀ, ਪਰ ਸਾਡੇ ਪਾਸੇ ਉਦੋਂ ਕੁੜੀਆਂ ਆਪਣੇ ਪ੍ਰਾਹੁਣੇ ਕੋਲੋਂ ਲੁਕ ਜਾਂਦੀਆਂ ਸੀ, ਸੋ ਮੈਂ ਵੀ ਲੁਕੀ ਰਹੀ। ਪਟਿਆਲੇ ਤੋਂ ਪਾਣੀਪਤ ਤੱਕ ਜਿੰਨੀ ਵਾਰ ਵੀ ਘੁੰਡ ਚੱਕਿਆ ਸੀ, ਮੇਰੇ ਉੱਤੇ ਅਜੇ ਵੀ ਨੈਣ ਦੇ ਬੋਲਾਂ ਦਾ ਅਸਰ ਸੀ। ਸੋਨੀਪਤ ਗੱਡੀ ਖਾਸਾ ਚਿਰ ਰੁਕਦੀ ਸੀ। ਸਾਰੇ ਮੁਸਾਫਰ ਚਾਹ ਪਾਣੀ ਪੀਣ 'ਚ ਲੱਗ ਗਏ। ਮੇਰੇ ਪਤੀ ਵੀ ਸਟੇਸ਼ਨ ਉੱਤੇ ਉਤਰੇ ਅਤੇ ਛੋਲਿਆਂ ਭਟੂਰਿਆਂ ਦੇ 2 ਪੱਤੇ ਹੱਥਾਂ 'ਚ ਫੜੀ ਮੁੜ ਮੇਰੇ ਕੋਲ ਆ ਬੈਠੇ। ਇੱਕ ਪੱਤਾ ਮੇਰੇ ਵੱਲ ਕਰਕੇ ਬੋਲੇ, ਰੋਟੀ ਖਾ ਲਓ। ਮੈਂ ਉਵੇਂ ਗੁੰਮਸੁੰਮ ਜਿਵੇਂ ਪਟਿਆਲੇ ਤੋਂ ਗੱਡੀ 'ਚ ਬੈਠੀ ਰਹੀ। ਵਿੱਚੋਂ ਮੈਨੂੰ ਪਾਣੀ ਦੀ ਬਹੁਤ ਪਿਆਸ ਲੱਗੀ, ਪਰ ਮੈਂ ਨਾ ਹੀ ਪਾਣੀ ਮੰਗਿਆ ਨਾ ਹੀ ਰੋਟੀ ਖਾਧੀ। 1-2 ਵਾਰੀ ਫੇਰ ਉਹਨਾਂ ਨੇ ਰੋਟੀ ਖਾਣ ਲਈ ਮੈਨੂੰ ਕਿਹਾ, ਪਰ ਮੈਂ ਪਤਾ ਨਹੀਂ ਕਿਉਂ ਬਹੁਤ ਡਰੀ ਜਿਹੀ ਹੋਈ ਬੈਠੀ ਸੀ। ਜਦੋਂ ਮੈਂ ਨਾ ਮੂੰਹ ਉਸ ਵੱਲ ਕੀਤਾ ਅਤੇ ਨਾ ਹੀ ਰੋਟੀ ਖਾਧੀ, ਪਤੀ ਦੇਵ ਨੂੰ ਬਹੁਤ ਗੁੱਸਾ ਆਇਆ। ਗੁੱਸੇ 'ਚ ਬੋਲੇ, ਸਿੱਟ ਦੇਵਾਂ ਬਾਹਰ ਰੋਟੀ ਜੇ ਨਹੀਂ ਖਾਣੀ। ਮੇਰੇ ਮੂੰਹੋਂ ਪਤਾ ਨਹੀਂ ਕਿਵੇਂ ਨਿਕਲ ਗਿਆ, ਸਿੱਟ ਦਿਓ। ਬਸ ਇੰਨੀ ਗੱਲ ਮੂੰਹੋਂ ਨਿਕਲਣ ਦੀ ਢਿੱਲ ਸੀ। ਉਹਨਾਂ ਨੇ ਛੋਲਿਆਂ ਭਟੂਰਿਆਂ ਦੇ 2 ਪੱਤੇ ਚੁੱਕ ਕੇ ਹੇਠਾਂ ਗੱਡੀ 'ਚ ਵਗਾ ਮਾਰੇ। ਗੱਡੀ ਦੇ ਇੰਜਣ ਨੇ ਇੱਕ ਬੜੀ ਬੇਸੁਰੀ ਜਿਹੀ ਆਵਾਜ਼ ਕੱਢੀ। ਗੱਡੀ ਹੌਲੀ ਆਪਣੇ ਰਾਹ ਤੁਰਨ ਲੱਗੀ। ਪੁਰਾਣੀ ਦਿੱਲੀ ਸਟੇਸ਼ਨ ਆਉਣ ਤੱਕ ਸਾਡੇ ਦਰਮਿਆਨ ਇੱਕ ਚੁੱਪ ਭਰੀ ਰਹੀ। ਪਲੇਟਫਾਰਮ ਉੱਤੇ ਉਤਰ ਕੇ ਪੁਲ ਜੇ ਨੂੰ ਪਾਰ ਕਰਦਿਆਂ ਮੈਂ ਘੁੰਡ 'ਚ ਆਪਣਾ ਚਿਹਰਾ ਛੁਪਾਈ ਆਪਣੇ ਪਤੀ ਤੋਂ ਬਹੁਤ ਪਿੱਛੇ ਰਹਿ ਗਈ ਸੀ, ਅਤੇ ਉਹ ਹੱਥ 'ਚ ਅਟੈਚੀ ਲਟਕਾਈ ਪੁਲ ਦੀਆਂ ਸਾਰੀਆਂ ਪੌੜੀਆਂ ਚੜ੍ਹ ਕੇ ਦੂਜੇ ਪਾਸੇ ਉਤਰ ਵੀ ਚੁੱਕੇ ਸੀ, ਅਤੇ ਮੈਂ ਉਹ 2.5 ਸੇਰ ਲੱਡੂਆਂ ਦੀ ਟੋਕਰੀ ਨੂੰ ਬੜੀ ਮੁਸ਼ਕਿਲ ਨਾਲ ਸੰਭਾਲਦੀ ਅਤੇ ਆਪਣੇ ਘੁੰਡ ਨੂੰ ਘੜੀ ਮੁੜੀ ਸਵਾਰਦੀ ਬਹੁਤ ਦੂਰ ਰਹਿ ਗਈ। ਐਗਜ਼ਿਟ ਉੱਤੇ ਟਿਕਟ ਬਾਬੂ ਨੂੰ 2 ਟਿਕਟਾਂ ਫੜਾਉਂਦਿਆਂ ਜਦ ਟਿਕਟ ਬਾਬੂ ਨੇ ਦੂਜੀ ਸਵਾਰੀ ਬਾਰੇ ਪੁੱਛਿਆ ਤਾਂ ਮੇਰੇ ਪਤੀ ਨੇ ਪਿੱਛੇ ਮੁੜ ਕੇ ਦੇਖਿਆ, ਮੈਂ ਉੱਥੇ ਨਹੀਂ ਸੀ। ਅਟੈਚੀ ਕੇਸ ਟਿਕਟ ਬਾਬੂ ਕੋਲ ਹੀ ਰੱਖ ਸਰਦਾਰ ਸਾਹਿਬ ਪਿੱਛੇ ਮੁੜੇ ਅਤੇ ਮੈਨੂੰ ਪੁਲ ਉੱਤੇ ਦੇਖਣ ਲਈ ਭੱਜੇ ਆਏ।
ਤੇ ਮੈਂ ਤਾਂ ਜੇ ਮਸਾਂ ਪੁਲ ਦੀਆਂ ਸੀੜੀਆਂ ਹੀ ਚੜ੍ਹੀ ਸੀ ਤੇ ਮੇਰੇ ਹੱਥੋਂ ਲੱਡੂਆਂ ਦੀ ਟੋਕਰੀ ਫੜਦੇ ਬੋਲੇ, ਤੁਰਿਆ ਨਹੀਂ ਜਾਂਦਾ ਤਾਂ ਗੋਦੀ ਚੁੱਕ ਲਾ। ਪਰ ਮੈਂ ਫਿਰ ਵੀ ਉਹਨਾਂ ਦੀਆਂ ਪੈੜਾਂ ਨਾਲ ਆਪਣੀਆਂ ਪੈੜਾਂ ਨਾ ਮਿਲਾ ਸਕੀ। ਇੱਕ ਤਾਂ ਮੈਂ ਘੁੰਡ ਚੁਲਝੀ ਹੋਈ, ਦੂਜਾ ਗਰਮੀ ਨੇ ਮੇਰੀ ਮੱਤ ਮਾਰ ਛੱਡੀ ਸੀ, ਤੇ ਤੀਜਾ ਮੇਰੇ ਸੱਜੇ ਪੈਰ ਦੇ ਸੈਂਡਲ ਦੀ ਮੂਹਰਲੀ ਇੱਕ ਬੱਦਰੀ ਟੁੱਟ ਗਈ, ਜਿਸ ਕਰਕੇ ਉਹ 4 ਡਿੰਗਾਂ ਭਰਦੇ ਤੇ ਮੈਂ ਮਸਾਂ 1 ਡਿੰਗ ਭਰਦੀ ਸੀ। ਮੇਰੇ ਪੈਰਾਂ ਵਿੱਚ ਚੌੜੀਆਂ ਚੌੜੀਆਂ ਚਾਂਦੀ ਦੀਆਂ ਪੰਜੇਬਾਂ ਉੱਤੇ ਸੈਂਡਲ ਟਿਕੀ ਸੀ। ਖੈਰ ਦਿੱਲੀ ਦੇ ਸਟੇਸ਼ਨ ਤੋਂ ਬਾਹਰ ਨਿਕਲ ਤਾਂਗੇ 'ਚ ਬੈਠਦਿਆਂ ਹੀ ਮੈਂ ਆਪਣਾ ਘੁੰਡ ਹਟਾ ਕੇ ਪਰਾਂ ਮਾਰਿਆ। ਇਹ ਦੇਖ ਕੇ ਮੇਰੇ ਪਤੀ ਬਹੁਤ ਖੁਸ਼ ਹੋਏ ਤੇ ਬੋਲੇ, ਪਹਿਲਾਂ ਹੀ ਲਾ ਦੇਣਾ ਸੀ ਇਹ ਝੁੰਮਣ ਮਾਟਾ। ਤਾਂਗੇ 'ਚ ਬੈਠਿਆਂ ਦਿੱਲੀ ਦੀਆਂ ਸੜਕਾਂ ਉੱਤੇ ਲੱਗੇ ਵੱਡੇ ਵੱਡੇ ਪੋਸਟਰ ਮੈਨੂੰ ਬਹੁਤ ਚੰਗੇ ਲੱਗ ਰਹੇ ਸੀ। ਜਦੋਂ ਤਾਂਗਾ ਨੋਵਲਟੀ ਸਿਨੇਮੇ ਅੱਗੋਂ ਦੀ ਲੰਘਿਆ ਤਾਂ ਐਕਟਰੈਸ ਨਿੰਮੀ ਦੀ ਫਿਲਮ ਉਡਨ ਖਟੋਲਾ ਦੇ ਪੋਸਟਰ ਵੇਖ ਕੇ ਮੈਨੂੰ ਲੱਗਿਆ ਜਿਵੇਂ ਮੈਂ ਹੀ ਉਹ ਸੋਹਣੀ ਕੁੜੀ ਹੋਵਾਂ ਜੋ ਉਡਨ ਖਟੋਲੇ 'ਚ ਬੈਠੀ ਬਦਲਾਂ 'ਤੇ ਉੱਡ ਰਹੀ ਸੀ। ਸੜਕਾਂ ਦੇ ਦੋਹੀਂ ਪਾਸੇ ਲੱਗੇ ਪੋਸਟਰ ਵਾਹੋਦਾਈ ਭਜਦੀਆਂ ਅੰਤਾਂ ਦੀਆਂ ਮੋਟਰ ਕਾਰਾਂ ਦੇਖ ਜਿਵੇਂ ਮੈਂ ਖੁਸ਼ੀ 'ਚ ਫੁੱਲੀ ਨਹੀਂ ਸੀ ਸਮਾ ਰਹੀ। ਕਿੰਨਾ ਸੋਹਣਾ ਲੱਗ ਰਿਹਾ ਸੀ ਉਦੋਂ ਮੈਨੂੰ ਦਿੱਲੀ ਸ਼ਹਿਰ। ਤੇ ਸੜਕ ਉੱਤੇ ਭੱਜੇ ਜਾਂਦੇ ਤਾਂਗੇ, ਅੱਗੇ ਜੁੜੇ ਘੋੜੇ ਦੇ ਸਿਰ ਉੱਤੇ ਲੱਗਿਆ ਰੰਗ ਬਿਰੰਗਾ ਫੁੱਲ ਮੈਨੂੰ ਬੇਹੱਦ ਚੰਗਾ ਲੱਗ ਰਿਹਾ ਸੀ। ਕਿੰਨੀਆਂ ਹੀ ਟਾਪਾਂ ਦਾ ਸੰਗੀਤਮਈ ਰਾਹ ਲੰਘ ਕੇ ਅਚਾਨਕ ਸਾਡਾ ਤਾਂਗਾ ਅਜਮਲ ਖਾਨ ਰੋਡ ਦੇ ਬਾਜ਼ਾਰ ਵਿੱਚ ਗੁਰਦੁਆਰੇ ਦੇ ਸਾਹਮਣੇ ਵਾਲੀ ਦੁਕਾਨ ਅੱਗੇ ਆ ਰੁਕਿਆ। ਚੱਲ ਜ਼ਰਾ ਪਹਿਲਾਂ ਨਵੇਂ ਸੈਂਡਲ ਖਰੀਦ ਲੈ, ਇਹ ਮੇਰੇ ਪਤੀ ਦੇ ਬੋਲ ਸਨ। ਦੁਕਾਨ ਦੇ ਅੰਦਰ ਜਾ ਕੇ ਪਤੀ ਦੇਵ ਨੇ ਜੋ ਜੁੱਤੀ ਪਸੰਦ ਕੀਤੀ ਮੈਂ ਪੈਰਾਂ 'ਚ ਪਾ ਲਈ। ਮੁੜ ਉਸੇ ਤਾਂਗੇ 'ਚ ਬੈਠ ਅਸੀਂ ਛੇਤੀ ਆਪਣੇ ਕੁਆਟਰ 182 ਦੇਵਨਗਰ ਪਹੁੰਚ ਗਏ। 4 ਵਜੇ ਦਾ ਵੇਲਾ ਹੋਏਗਾ। ਇੱਕ ਹੱਥ 'ਚ ਟੈਚੀ ਫੜੀ, ਦੂਜੇ 'ਚ ਲੱਡੂਆਂ ਵਾਲੀ ਟੋਕਰੀ। ਮੇਰੇ ਪਤੀ ਫਟਾਫਟ ਜੀਨਾ ਚੜ੍ਹ ਗਏ, ਪਿੱਛੇ ਪਿੱਛੇ ਮੈਂ। ਨਵੀਂ ਪਹਿਨੀ ਜੁੱਤੀ ਨਾਲ ਮੇਰੇ ਦੋਵੇਂ ਪੈਰ ਛਿੱਲੇ ਜਾ ਰਹੇ ਸੀ। ਦਰਵਾਜ਼ੇ ਉੱਤੇ ਜ਼ੋਰ ਦੀ ਠਕ ਠਕ ਸੁਣ ਅੰਦਰੋਂ ਮੇਰੀ ਸੱਸ ਨੇ ਕੁੰਡੀ ਖੋਲ੍ਹੀ। ਹੈ ਇਹ ਬਹੂ ਤੇਰੇ ਨਾਲ ਕਿਵੇਂ ਸਾਧ? ਮੇਰੀ ਜਠਾਣੀ ਦੂਜੇ ਕਮਰੇ 'ਚੋਂ ਭੱਜੀ ਆਈ। ਹੈ ਬਚਿੰਤ, ਇਹ ਸਭ ਅਸੀਂ ਕੀ ਦੇਖ ਰਹੇ ਹਾਂ? ਦੋਵੇਂ ਜਣੀਆਂ ਜਿਵੇਂ ਸਾਨੂੰ ਵੇਖ ਕੇ ਹੈਰਾਨ ਹੋ ਗਈਆਂ। ਸਾਧ ਵੇ ਤੈਨੂੰ ਤਾਂ ਪੁੱਤ ਤੇਰੇ ਮਾਮੇ ਦੀ ਖਬਰ ਲੈਣ ਪਿੰਡ ਧਿਊੜ ਭੇਜਿਆ ਸੀ, ਤੈਂ ਕੀ ਕੀਤਾ? ਤੂੰ ਬਹੂ ਨੂੰ ਬਿਨ ਮੁਕਲਾਵੀ ਨੂੰ ਕਿਵੇਂ ਲੈ ਆਇਆ? ਮੇਰੀ ਸੱਸ ਤੇ ਜਠਾਣੀ ਮੈਨੂੰ ਅੰਦਰ ਕਮਰੇ 'ਚ ਬਿਠਾਉਂਦੀਆਂ ਜਿਵੇਂ ਬਹੁਤ ਹੈਰਾਨ ਹੋ ਰਹੀਆਂ ਸੀ। ਮਾਂ ਮੈਂ ਮਾਮੇ ਕੋਲ ਧਿਊੜ ਗਿਆ ਸੀ, ਮਾਮਾ ਹੁਣ ਬਿਲਕੁਲ ਠੀਕ ਹੈ, ਐਵੇਂ ਜਰਾ ਮਰੋੜੇ ਲੱਗੇ ਸੀ। ਚਲੋ ਤਾਂ ਭਲੀ ਹੋਈ, ਪਰ ਤੂੰ ਬਿਨਾਂ ਆਪਣੇ ਬਾਈ ਨੂੰ ਪੁੱਛਿਆ ਪਟਿਆਲੇ ਕਿਉਂ ਗਿਆ? ਜੇ ਗਿਆ ਵੀ ਤਾਂ ਬਹੂ ਨੂੰ ਨਾਲ ਲਿਆਉਣ ਲਈ ਤੈਨੂੰ ਕਿਸ ਭੜੂਏ ਨੇ ਕਿਹਾ ਸੀ? ਮਾਂ ਮੇਰੀ ਬਹੂ ਹੈ, ਮੈਂ ਲੈ ਆਇਆ, ਤੁਹਾਨੂੰ ਇਸ ਗੱਲ ਦੀ ਕੀ ਦਿੱਕਤ ਹੈ ਭਲਾ? ਵੇ ਸਾਧ ਤੈਂ ਜੇ ਪਟਿਆਲੇ ਜਾਣਾ ਸੀ ਤਾਂ ਆਪਣੇ ਵੀਰ ਨਾਲ ਗੱਲ ਕਰਦਾ, ਜੇ ਬਾਈ ਜੀ ਨਾਲ ਨਹੀਂ ਸੀ ਗੱਲ ਕਰਨੀ। ਮੇਰੀ ਜਠਾਣੀ ਤੇ ਮੇਰੀ ਸੱਸ ਦੋਵੇਂ ਹੁਣ ਮੇਰੇ ਪਤੀ ਦੁਆਲੇ ਹੋ ਗਈਆਂ, ਪਰ ਇਹ ਕਿਹੜਾ ਕਿਸੇ ਦੀ ਪਰਵਾਹ ਕਰਦੇ ਸੀ। ਉਹ ਇੱਕ ਗੱਲ ਕਰਦੀਆਂ ਇਹ ਅੱਗੋਂ 4 ਸੁਣਾਉਂਦੇ। ਮਾਂ ਤੁਸੀਂ ਮੇਰਾ ਵਿਆਹ ਕਾਹਤੋਂ ਕੀਤਾ? ਇਹਨੂੰ ਉੱਥੇ ਰੱਖਣਾ ਸੀ ਤਾਂ ਵਿਆਹ ਹੀ ਪਿੱਛੋਂ ਕਰ ਲੈਂਦੇ। ਪੁੱਤ ਤੈਂ ਇਹ ਬੜੀ ਬੇਅਕਲੀ ਦੀ ਗੱਲ ਕੀਤੀ ਹੈ। ਮੈਂ ਤਾਂ ਸੋਚਦੀ ਹਾਂ ਵੀ ਤੇਰੇ ਨਾਲ ਉਹਨਾਂ ਨੇ ਬਹੂ ਨੂੰ ਤੋਰ ਕਿਵੇਂ ਦਿੱਤਾ, ਬਿਨਾਂ ਮੁਕਲਾਵਾ ਤੋਰਿਆ। ਤੇਰੀ ਤਾਂ ਭਲੀ ਆਣੀ ਮੱਤ ਸਹੀ, ਪਰ ਉਹ ਤਾਂ ਸਿਆਣੇ ਸਨ ਕਿ ਨਹੀਂ? ਮਾਂ ਉਹਨਾਂ ਦਾ ਕੋਈ ਕਸੂਰ ਨਹੀਂ, ਮੈਂ ਹੀ ਜਾ ਕੇ ਕਿਹਾ ਵੀ ਮੇਰੀ ਮਾਂ ਜੀ ਸਖਤ ਬਿਮਾਰ ਹੈ, ਬਚਣ ਦੀ ਕੋਈ ਆਸ ਨਹੀਂ, ਸੋ ਇਹਨੂੰ ਵੇਖਣਾ ਚਾਹੁੰਦੀ ਹੈ। ਅੱਛਾ ਤਾਂ ਤੂੰ ਬਹਾਨਾ ਵੀ ਬੜਾ ਸੋਹਣਾ ਘੜਿਆ, ਪਰ ਹੁਣ ਸ਼ਾਮੀ ਆਪਣੇ ਵੀਰ ਤੇ ਬਾਈ ਜੀ ਨੂੰ ਕੀ ਕਹੇਗਾ? ਮੇਰੀ ਜਠਾਣੀ ਨਾਲ ਮੇਰੇ ਪਤੀ ਨੂੰ ਟਿਚਰਾਂ ਕਰ ਰਹੀ ਸੀ, ਨਾਲੇ ਡਰਾ ਵੀ ਰਹੀ ਸੀ ਤੇ ਭਰਾ ਤੇ ਪਿਓ ਕੋਲੋਂ। ਸ਼ਾਮੀ ਮੇਰੀ ਜਠਾਣੀ ਨੇ ਮੇਰੇ ਕੱਪੜੇ ਬਦਲਵਾ ਦਿੱਤੇ ਤੇ ਮੈਂ ਹੁਣ ਆਪਣੇ ਜੇਠ ਦੇ 5-6 ਵਰ੍ਹਿਆਂ ਦੇ ਲੜਕੇ ਰਵਿੰਦਰ ਕੋਲ ਜਾ ਬੈਠੇ, ਜੋ ਬੜੇ ਚਿਰ ਤੋਂ 3 ਪਹੀਆਂ ਵਾਲਾ ਇੱਕ ਬਾਈਸਾਈਕਲ ਚਲਾਉਂਦਾ ਬਾਰ ਮੇਰੇ ਕੋਲ ਨੂੰ ਹੋ ਕੇ ਸਾਈਕਲ ਲੰਘਾ ਰਿਹਾ ਸੀ। ਆਖਰ ਉਹਨੇ ਆਪਣੀ ਮਾਂ ਨੂੰ ਪੁੱਛ ਹੀ ਲਿਆ, ਬਾਜੀ ਇਹ ਕੌਣ ਹੈ? ਤੇਰੀ ਚਾਚੀ ਹੈ ਵਿੰਦਰ। ਚਾਚੀ? ਹਾਂ ਤੇਰਾ ਚਾਚਾ ਲੈ ਕੇ ਆਇਆ। ਚਾਚੀ ਤਾਂ ਬੜੀ ਸੋਹਣੀ ਹੈ। ਚਾਚੀ ਤੂੰ ਮੇਰੀ ਵਹੁਟੀ ਬਣੇਗੀ, ਮੇਰੇ ਨਾਲ ਖੇਡਿਆ ਕਰੇਂਗੀ? ਹਾਂ ਮੈਂ ਤੇਰੇ ਨਾਲ ਖੇਡਾਂਗੀ। ਫਿਰ ਆ ਜਾ ਆਪਾਂ ਸਾਈਕਲ ਚਲਾਈਏ। ਮੈਂ ਉੱਠ ਕੇ ਉਹਦੇ ਕੋਲ ਨੂੰ ਹੋ ਗਈ। ਉਹ ਸਾਈਕਲ ਉੱਠ ਖੜਾ ਹੋਇਆ ਤੇ ਬੋਲਿਆ, ਲੈ ਚਾਚੀ ਹੁਣ ਤੂੰ ਸਾਈਕਲ ਚਲਾ, ਮੈਂ ਤੇਰੇ ਪਿੱਛੇ ਭੱਜੂੰਗਾ। ਅੱਛਾ ਕਹਿ ਕੇ ਮੈਂ ਉਹਦੇ ਸਾਈਕਲ 'ਤੇ ਬੈਠ ਗਈ ਤੇ ਸਾਈਕਲ ਚਲਾਉਣ ਲੱਗ ਪਈ। ਉਹ ਹੁਣ ਮੇਰੇ ਪਿੱਛੇ ਭੱਜ ਰਿਹਾ ਸੀ। ਵਰਾਂਡੇ 'ਚ ਸਾਈਕਲ ਚਲਾਉਂਦੇ ਅਸੀਂ ਦੋਵੇਂ ਜ਼ੋਰ ਦੀ ਹੱਸ ਰਹੇ ਸੀ ਕਿ ਬਾਹਰਲਾ ਵਰਾਂਡੇ 'ਚ ਖੁੱਲ੍ਹਦਾ ਬੂਹਾ ਖੜਕਿਆ। ਮੇਰੀ ਜਠਾਣੀ ਭੱਜੀ ਆਈ ਦਰਵਾਜ਼ਾ ਖੋਲ੍ਹਣ, ਪਰ ਜਦ ਉਹਨੇ ਦੇਖਿਆ ਕਿ ਮੈਂ ਸਾਈਕਲ ਚਲਾ ਰਹੀ ਹਾਂ ਤਾਂ ਉਹਨੇ ਮੈਨੂੰ ਝਿੜਕਿਆ, ਉੱਠ ਛੇਤੀ ਸਾਈਕਲ ਤੋਂ। ਬਾਹਰ ਰਵਿੰਦਰ ਦੇ ਡੈਡੀ ਆ ਗਏ। ਅੰਦਰ ਬੈਠ ਸਿਰ 'ਤੇ ਚੁੰਨੀ ਲੈ ਕੇ। ਚੱਲੇ ਮੁੰਡਿਆ ਤੂੰ ਵੀ ਪਰਾਂ ਜਾ ਕੇ ਖੇਡ।
ਉਸ ਮੈਨੂੰ ਫਟਾਫਟ ਸਾਈਕਲ ਤੋਂ ਬਾਹਰ ਕੱਢਿਆ ਅਤੇ ਦੂਜੇ ਕਮਰੇ 'ਚ ਭੇਜ ਕੇ ਪਿੱਛੋਂ ਕੁੰਡੀ ਖੋਲ੍ਹੀ। ਮੇਰਾ ਜੇਠ ਬਚਨ ਸਿੰਘ ਹੱਥ 'ਚ ਸਾਈਕਲ ਦੀ ਟੋਕਰੀ ਫੜੀ ਜਿਉਂ ਹੀ ਅੰਦਰ ਲੰਘਿਆ, ਮੇਰੇ ਪਤੀ ਦੇਵ ਝੱਟ ਦੂਜੇ ਪਾਸੇ ਖੁੱਲ੍ਹਦੇ ਬੂਹੇ ਵਿੱਚੋਂ ਦੀ ਬਾਹਰ ਨਿਕਲ ਗਏ। ਘਰ 'ਚ ਖਾਸਾ ਚਿਰ ਚੁੱਪ ਪਸਰੀ ਰਹੀ। ਮੇਰੀ ਸੱਸ ਕਦੇ ਅੰਦਰ ਮੇਰੇ ਕੋਲ ਕਮਰੇ 'ਚ ਆਵੇ, ਕਦੇ ਮੁੜ ਘਾਬਰੀ ਹੋਈ ਰਸੋਈ 'ਚ ਚਲੀ ਜਾਏ। ਫਿਰ ਸੱਸ ਤੇ ਜਠਾਣੀ 'ਚ ਕੁਝ ਘੁਸਰ ਮੁਸਰ ਹੋਈ, ਪਰ ਕਿਸੇ ਨੇ ਵੀ ਵਾਤਾਵਰਨ 'ਚ ਪਸਰੀ ਚੁੱਪ ਨੂੰ ਤੋੜਨ ਦੀ ਹਿੰਮਤ ਨਾ ਕੀਤੀ। ਮਾਂ, ਮੇਰੇ ਜੇਠ ਨੇ ਮਾਂ ਨੂੰ ਆਵਾਜ਼ ਮਾਰੀ। ਹਾਂ, ਆਉਣੀ ਆ। ਥਿੜਕੇ ਜੇ ਬੋਲਾਂ 'ਚ ਮਾਂ ਉੱਤਰ ਦਿੰਦੀ। ਸਹਿਮੀ ਜੀ ਮੇਰੇ ਜੇਠ ਦੇ ਕਮਰੇ 'ਚ ਗਈ। ਅੱਜ ਘਰ 'ਚ ਕੋਈ ਗੱਲ ਹੋਈ ਲੱਗਦੀ ਹੈ। ਇਹ ਬਚਣੀ ਦੇ ਬੁੱਲ ਕਿਉਂ ਸੀਤੇ ਪਏ ਨੇ? ਨਹੀਂ, ਕੁਛ ਨਹੀਂ। ਫਿਰ ਕੀ ਗੱਲ ਹੈ? ਤੁਸੀਂ ਦੋਵੇਂ ਕੀ ਲੁਕਾ ਰਹੀ ਹੋ ਮੇਰੇ ਕੋਲੋਂ? ਪਾਪਾ ਤੁਸੀਂ ਦੇਖੀਏ, ਚਾਚੀ ਚਾਚਾ ਲੈ ਕੇ ਆਇਆ ਹੈ, ਬੜੀ ਚੰਗੀ ਹੈ, ਮੇਰੇ ਨਾਲ ਖੇਡਿਆ ਕਰੂਗੀ, ਸਾਈਕਲ ਵੀ ਚਲਾਇਆ ਹੈ ਉਹਨੇ ਮੇਰੇ ਨਾਲ ਅੱਜ। ਰਵਿੰਦਰ ਪਤਾ ਨਹੀਂ ਕਿੱਥੋਂ ਬਿੰਦ 'ਚ ਕੇਸ਼ੋ ਪੜੋਸੀ ਦੇ ਮੁੰਡੇ ਨੂੰ ਨਾਲ ਲੈ ਕੇ ਆ ਗਿਆ ਸੀ। ਉਹਦੀ ਗੱਲ ਸੁਣ ਮੇਰਾ ਜੇਠ ਜਿਵੇਂ ਕੁਝ ਵੀ ਨਾ ਸਮਝ ਸਕਿਆ। ਚਾਚੀ, ਇਹ ਕੀ ਬਕ ਰਿਹਾ? ਬਚਨੀ, ਉਹਨੇ ਚਾਹ ਦਾ ਕੱਪ ਮੇਜ਼ 'ਤੇ ਰੱਖਦਿਆਂ ਮੇਰੀ ਜਠਾਣੀ ਨੂੰ ਸੰਬੋਧਨ ਕੀਤਾ। ਹਾਂ, ਵਿੰਦਰ ਠੀਕ ਕਹਿ ਰਿਹਾ ਹੈ, ਇਹਦੀ ਚਾਚੀ ਆਈ ਹੈ। ਕੀ? ਮੇਰਾ ਜੇਠ ਉੱਚੀ ਸਾਰੀ ਚਿল্ਲਾਇਆ। ਹਾਂ ਬਚਨ, ਸਾਧੂ ਨਾਨਕਿਆਂ ਤੋਂ ਮੁੜਦਾ ਹੋਇਆ ਪਟਿਆਲੇ ਆਪਣੇ ਸਹੁਰੇ ਚਲਾ ਗਿਆ ਤੇ ਕੀ ਮਾਂ? ਉਹ ਹੋਰ ਉੱਚੀ ਬੋਲਿਆ। ਤੇ ਬਚਿੰਤ ਨੂੰ ਨਾਲ ਲੈ ਆਇਆ। ਕਿੱਥੇ ਆ ਉਹ? ਕੌਣ ਬਚਿੰਤ? ਮੇਰੀ ਜਠਾਣੀ ਨੇ ਪੁੱਛਿਆ। ਨਹੀਂ, ਉਹ ਸਾਧ, ਮਾਂ ਦਾ ਲਾਡਲਾ। ਮੇਰੇ ਪਤੀ ਨੂੰ ਘਰ 'ਚ ਸਾਰੇ ਸਾਧੂ ਸਿੰਘ ਦੀ ਥਾਂ ਸਾਧ ਕਹਿ ਕੇ ਬੁਲਾਉਂਦੇ ਸੀ। ਉਹ ਤਾਂ ਹੁਣ ਘਰ ਨਹੀਂ, ਮੇਰੀ ਸੱਸ ਨੇ ਡਰਦਿਆਂ ਉੱਤਰ ਦਿੱਤਾ। ਮਾਂ, ਤੇਰੀ ਸ਼ਹਿ ਉਹਨੂੰ। ਪਹਿਲਾਂ ਤਾਂ ਵਿਆਹ 'ਚ ਸਾਡੀ ਇੰਨੀ ਹੇਠੀ ਹੋਈ ਜਦੋਂ ਲਾਰੀਆਂ ਲੈ ਕੇ ਬਰਾਤ ਸਟੇਸ਼ਨ 'ਤੇ ਲੈਣ ਆਏ। ਹੁਣ ਰਹਿੰਦੀ ਖੁੰਦੀ ਕਸਰ ਇਹਨੇ ਪੂਰੀ ਕਰਤੀ। ਇਹ ਗਿਆ ਕਿਉਂ ਉੱਥੇ? ਕਿਹਨੇ ਕਿਹਾ ਸੀ ਇਹਨੂੰ ਪਟਿਆਲੇ ਜਾਣ ਲਈ? ਫਿਰ ਉਹ ਇਹਦੇ ਸਹੁਰੇ ਮੂਰਖ ਜਿਨ੍ਹਾਂ ਨੇ ਇਸ ਬੇਵਕੂਫ ਨਾਲ ਤੋਰਤੀ ਇਹ ਬਾਲੜੀ। ਜਦੋਂ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਕਿ ਮੁਕਲਾਵਾ ਅਸੀਂ 30 ਸਾਲ ਪਿੱਛੋਂ ਲਵਾਂਗੇ, ਉਹਨਾਂ ਨੇ ਕਿਉਂ ਤੋਰੀ ਕੁੜੀ ਇਸ ਮੂਰਖ ਦੇ ਨਾਲ? ਉਹਨਾਂ ਨੂੰ ਤਾਂ ਇਹਨੇ ਜਾ ਕੇ ਇਹ ਕਿਹਾ ਵੀ ਮਾਂ ਆਖਰੀ ਸਾਹਾਂ 'ਤੇ ਹੈ ਅਤੇ ਬਚਿੰਤ ਨੂੰ ਦੇਖਣਾ ਚਾਹੁੰਦੀ ਹੈ। ਸੋ ਇਹਦੀ ਮਾਂ ਨੇ ਇਹ ਕਹਿ ਕੇ ਕੁੜੀ ਭੇਜਤੀ। ਪੁੱਤ, ਜਿਵੇਂ ਹੀ ਤੇਰੀ ਮਾਤਾ ਜੀ ਠੀਕ ਹੋ ਜਾਏ, ਕੁੜੀ ਨੂੰ ਵਾਪਸ ਪਟਿਆਲੇ ਛੱਡ ਜਿਓ। ਇਹਨੇ ਬੁੱਧੀਮਾਨੀ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਅਜੇ ਪਿਛਲੇ ਹਫ਼ਤੇ ਹੀ। ਘਰ ਦੇ ਸਾਰੇ ਜੀਅ ਹੁਣ ਮੇਰੀ ਸੱਸ ਦੇ ਕਮਰੇ 'ਚ ਮੇਰੇ ਕੋਲ ਖੜ੍ਹੇ ਉੱਚੀ ਉੱਚੀ ਬੋਲ ਰਹੇ ਸੀ ਅਤੇ ਮੇਰੇ ਵੱਲ ਦੇਖ ਰਹੇ ਸੀ, ਜਿਵੇਂ ਸੜਕ ਉੱਤੇ ਕੋਈ ਮੋਟਰ ਵਾਲਾ ਕਿਸੇ ਸਾਈਕਲ ਵਾਲੇ ਨੂੰ ਦੇਖ ਕੇ ਆਪ ਭੱਜ ਜਾਂਦਾ ਅਤੇ ਪਿੱਛੋਂ ਲੋਕ ਉਹਦੇ ਦੁਆਲੇ ਹੋ ਕੇ ਖੜ੍ਹੇ ਹੋ ਜਾਂਦੇ ਨੇ। ਇਉਂ ਕੀਤਾ ਮੇਰੇ ਪਤੀ ਦੇਵ ਨੇ ਉਦੋਂ ਮੇਰੇ ਨਾਲ। ਪਿੱਛੋਂ ਮੈਂ ਸੱਸ ਦੇ ਮੰਜੇ ਉੱਤੇ ਬੈਠੀ ਬਿਟ ਸਾਰਿਆਂ ਵੱਲ ਦੇਖ ਰਹੀ ਸੀ। ਚੱਲ ਹੁਣ ਤੇਰਾ ਬਾਈ ਆਊ ਸੰਝਾ ਨੂੰ ਘਰ, ਤਾਂ ਕਰਦੇ ਹਾਂ ਕੋਈ ਗੱਲ, ਦੇਖੋ ਕੀ ਕਹਿੰਦਾ। ਮਾਂ, ਮੈਂ ਨਹੀਂ ਜਾਣਦਾ ਬਾਈ ਨੂੰ। ਇਸ ਬਾਲੜੀ ਨੂੰ ਕੱਲ੍ਹ ਨੂੰ ਪੁੱਠੇ ਪੈਰੀਂ ਵਾਪਸ ਪਟਿਆਲੇ ਛੱਡ ਕੇ ਆਵੇ ਸਾਧ। ਪਹਿਲਾਂ ਸਕੂਲ ਜਾਂਦੀ ਕੁੜੀ ਨੂੰ ਵਿਆਹ ਲਿਆਏ, ਹੁਣ ਹੋਰ ਬੇਵਕੂਫੀ ਨਹੀਂ ਕਰਨ ਦੇਣੀ। ਇਹਦੀ ਉਮਰ ਸਕੂਲੇ ਜਾਣ ਵਾਲੀਆਂ ਬੱਚੀਆਂ ਦੀ ਹੈ, ਸਹੁਰੇ ਜਾਣ ਵਾਲੀਆਂ ਮੁਟਿਆਰਾਂ ਦੀ ਨਹੀਂ। ਮੇਰੇ ਸਹੁਰੇ ਦੇ ਆਉਣ ਤੱਕ ਵਾਤਾਵਰਨ 'ਚ ਕਾਫੀ ਤਣਾਅ ਭਰ ਗਿਆ ਸੀ, ਪਰ ਮੇਰੀ 8-9 ਵਰ੍ਹਿਆਂ ਦੀ ਨਣਦ ਮੈਨੂੰ ਭਾਬੀ ਕਰਦੀ ਮੇਰੇ ਅੱਗੇ ਪਿੱਛੇ ਫਿਰ ਰਹੀ ਸੀ। ਵਿੰਦਰ ਮੇਰੇ ਨਾਲ ਖੇਡਣ ਲਈ ਤਰਲੇ ਲੈ ਰਿਹਾ ਸੀ, ਸੋ ਮੇਰੀ ਜਠਾਣੀ ਨੇ ਸਾਨੂੰ ਤਿੰਨਾਂ ਨੂੰ ਉੱਪਰ ਛੱਤ ਉੱਤੇ ਜਾਣ ਲਈ ਕਿਹਾ। ਉੱਪਰਲੀ ਮਿਆਨੀ 'ਚ ਡਏ ਮੰਜਿਆਂ ਉੱਪਰ ਆ ਕੇ ਅਸੀਂ ਤਿੰਨੇ ਬੈਠ ਗਏ ਅਤੇ ਉਹ ਦੋਵੇਂ ਮੇਰੇ ਨਾਲ ਨਿੱਕੀਆਂ ਗੱਲਾਂ ਕਰਨ ਲੱਗੇ। ਚਾਚੀ, ਤੂੰ ਸਕੂਲ ਜਾਏਂਗੀ ਮੇਰੇ ਨਾਲ? ਚੱਲ ਚੁੱਪ ਕਰ, ਹੁਣ ਤਾਂ ਇਹਦਾ ਵਿਆਹ ਹੋ ਗਿਆ ਛੋਟੇ ਵੀਰ ਨਾਲ। ਭਾਬੀਆਂ ਥੋੜ੍ਹਾ ਸਕੂਲ ਜਾਂਦੀਆਂ ਨੇ। ਗੁਰਦੇਵ ਮੇਰੀ ਨਣਦ ਵਿੰਦਰ ਦੀ ਗੱਲ ਦਾ ਉੱਤਰ ਦੇ ਰਹੀ ਸੀ। ਇੰਨੇ 'ਚ ਅਸੀਂ ਸੁਣਿਆ ਹੇਠਾਂ ਕਾਫੀ ਉੱਚੀ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸੀ। ਵਿੰਦਰ, ਲੱਗਦਾ ਬਾਈ ਜੀ ਆ ਗਏ। ਹਾਂ, ਮੈਂ ਆਪਣੀ ਟੌਫੀ ਲੈ ਕੇ ਆਉਣਾ ਬਾਈ ਜੀ ਤੋਂ। ਚਾਚੀ, ਤੇਰੇ ਲਈ ਵੀ ਲਿਆਵਾਂ ਟੌਫੀ? ਵਿੰਦਰ ਇਹ ਕਹਿੰਦਾ ਹੇਠਾਂ ਭੱਜ ਗਿਆ ਅਤੇ ਉਹਦੇ ਪਿੱਛੇ ਗੁਰਦੇਵ ਵੀ ਹੇਠਾਂ ਚਲੀ ਗਈ। ਮੈਨੂੰ ਆਪਣੀ ਬੇਬੇ ਦੀ ਯਾਦ ਸਤਾਉਣ ਲੱਗੀ। ਮੇਰਾ ਰੋਣਾ ਨਿਕਲ ਗਿਆ। ਵੀਰ, ਪਲਦੀਪ ਅਤੇ ਬਲਵੰਤ ਵੀ ਮੈਨੂੰ ਯਾਦ ਆ ਰਹੇ ਸੀ। ਫਿਰ ਪਤਾ ਨਹੀਂ ਕਦੋਂ ਮੈਂ ਰੋਂਦੀ ਉੱਥੇ ਹੀ ਸੌਂ ਗਈ। ਰਾਤ ਦੇ 9 ਵਜੇ ਮੇਰੀ ਸੱਸ ਨੇ ਮੈਨੂੰ ਰੋਟੀ ਖਾਣ ਲਈ ਜਗਾਇਆ ਅਤੇ ਫਿਰ ਮੇਰੀ ਜਠਾਣੀ ਨੇ ਮੈਨੂੰ ਸਾਟਨ ਦਾ ਸੂਟ ਬਦਲ ਕੇ ਸੂਤੀ ਸੂਟ ਪਾਉਣ ਲਈ ਕਿਹਾ। ਮੈਂ ਕੱਪੜੇ ਬਦਲ ਲਏ, ਪਰ ਰੋਟੀ ਦੀ ਭੁੱਖ ਮੈਨੂੰ ਨਹੀਂ ਸੀ। ਮੇਰੀ ਸੱਸ ਤੇ ਜਠਾਣੀ ਨੇ ਬਹੁਤ ਕਿਹਾ ਰੋਟੀ ਖਾਣ ਲਈ, ਪਰ ਮੇਰਾ ਜੀਅ ਰੋਟੀ ਖਾਣ ਨੂੰ ਨਹੀਂ ਕੀਤਾ। ਅੰਤ ਉਹਨਾਂ ਨੇ ਮੈਨੂੰ ਦੁੱਧ ਪੀ ਕੇ ਸੌਂ ਜਾਣ ਲਈ ਕਿਹਾ। ਦੁੱਧ ਪੀਣ ਪਿੱਛੋਂ ਮੁੜ ਮੇਰੀ ਜਠਾਣੀ ਨੇ ਮੈਨੂੰ ਉੱਪਰ ਉਸੇ ਮੰਜੇ 'ਤੇ ਮਿਆਨੀ 'ਚ ਸੌਣ ਲਈ ਭੇਜ ਦਿੱਤਾ ਜਿੱਥੋਂ ਮੇਰੀ ਸੱਸ ਮੈਨੂੰ ਉਠਾ ਕੇ ਲੈ ਗਈ ਸੀ, ਅਤੇ ਮੇਰੇ ਨਾਲ ਮੇਰੀ ਨਣਦ ਗੁਰਦੇਵ ਵੀ ਸੁੱਤੀ ਹੋਈ ਸੀ। ਸਵੇਰੇ ਜਦੋਂ ਅਸੀਂ ਜਾਗੀਆਂ ਤਾਂ ਮੇਰੀ ਨਣਦ ਨੇ ਮੈਨੂੰ ਦੱਸਿਆ, ਭਾਬੀ
ਰਾਤੀ ਵੱਡੇ ਵੀਰ ਨੇ ਛੋਟੇ ਨਾਲ ਬਹੁਤ ਲੜਾਈ ਕੀਤੀ। ਬਾਈ ਜੀ ਨੇ ਵੀ ਛੋਟੇ ਵੀਰ ਨੂੰ ਬੜਾ ਝਿੜਕਿਆ। ਕਿਉਂ? ਇਹ ਮੈਨੂੰ ਕੀ ਪਤਾ। ਉਹ ਰਾਤੀ ਘਰ ਆਉਂਦਿਆਂ ਸਾਰ ਮੁੜ ਪੁੱਠੇ ਪੈਰੀ ਘਰੋਂ ਚਲਾ ਗਿਆ। ਕਿੱਥੇ? ਪਤਾ ਨਹੀਂ। ਪਿੱਛੋਂ ਮੇਰਾ ਸਹੁਰਾ ਸਾਈਕਲ ਉੱਤੇ 2 ਦਿਨਾਂ ਤੱਕ ਢੂੰਡ ਪਰੇਸ਼ਾਨ ਹੁੰਦਾ ਫਿਰਿਆ। ਆਖਰ ਇੱਕ ਦੋਸਤ ਜਗਰੂਪ ਦੇ ਘਰੋਂ ਲੱਭ ਪਏ ਅਤੇ ਉਹ ਸਮਝਾ ਬੁਝਾ ਕੇ ਉਹਨਾਂ ਨੂੰ ਘਰ ਲੈ ਆਏ। ਘਰ ਆਉਂਦਿਆਂ ਹੀ ਉਹਨਾਂ ਮੈਨੂੰ ਕੋਲ ਬੁਲਾ ਕੇ ਪੁੱਛਿਆ, 2 ਦਿਨ ਤੂੰ ਕਿੱਥੇ ਸੁੱਤੀ ਸੀ? ਮੈਂ ਤਾਂ ਦੇਵੀ ਭੈਣ ਨਾਲ ਕੋਠੇ 'ਤੇ ਸੌਂਦੀ ਹਾਂ। ਅਤੇ ਮਾਂ ਕਿੱਥੇ ਸੌਂਦੀ ਸੀ? ਇੱਥੇ ਹੀ ਨਾਲ ਦੇ ਮੰਜੇ ਉੱਤੇ ਸਾਡੇ ਕੋਲ ਹੀ। ਅੱਛਾ, ਅੱਜ ਤੂੰ ਕੋਠੇ ਉੱਪਰ ਨਹੀਂ ਸੌਏਂਗੀ। ਅਜੇ ਗੱਲ ਹੋਈ ਰਹੀ ਸੀ ਕਿ ਮੇਰੀ ਜਠਾਣੀ ਸਾਡੇ ਕੋਲ ਆ ਗਈ ਅਤੇ ਮੈਂ ਉਹਦੇ ਪਿੱਛੇ ਪਿੱਛੇ ਹੇਠਾਂ ਉਤਰ ਆਈ। ਉਹਨੇ ਮੇਰੇ ਪਤੀ ਨੂੰ ਰੋਟੀ ਖਾਣ ਲਈ ਕਿਹਾ। ਮੈਂ ਨਹੀਂ ਖਾਣੀ ਰੋਟੀ, ਅਤੇ ਗੁੱਸੇ 'ਚ ਭਰੇ ਸਾਈਕਲ ਚੁੱਕ ਕੇ ਬਾਹਰ ਨੂੰ ਚਲੇ ਗਏ। ਅੱਧੀ ਰਾਤ ਜਦੋਂ ਵਾਪਸ ਘਰ ਆਏ ਤਾਂ ਮਾਂ ਨੇ ਕੁੰਡਾ ਖੋਲ੍ਹਿਆ, ਜੋ ਅਜੇ ਤੱਕ ਆਪਣੇ ਬੇਟੇ ਦੀ ਉਡੀਕ 'ਚ ਹੇਠਾਂ ਹੀ ਬੈਠੀ ਸੀ। ਅੰਦਰ ਆ ਕੇ ਜਦੋਂ ਦੇਖਿਆ ਕਿ ਸਭ ਛੱਤ ਉੱਤੇ ਸੁੱਤੇ ਪਏ ਸਨ ਸਮੇਤ ਮੇਰੇ, ਤਾਂ ਮਾਂ ਨਾਲ ਲੱਗੇ ਲੜਨ। 2-3 ਦਿਨ ਹੋਰ ਇੰਝੇ ਨਿਕਲ ਗਏ। ਘਰ ਦੇ ਆਪ ਤਾਂ ਮੈਨੂੰ ਪਟਿਆਲੇ ਛੱਡ ਕੇ ਆ ਨਹੀਂ ਸੀ ਸਕਦੇ। ਹਫ਼ਤਾ ਭਰ ਵਾਤਾਵਰਨ ਬਹੁਤ ਘੁੱਟਣ ਭਰਿਆ ਬਣਿਆ ਰਿਹਾ। ਆਖਰ ਸਭ ਦੀ ਹਾਰ ਹੋ ਗਈ ਜਦੋਂ ਉਹਨਾਂ ਨੇ ਆਪ ਹੀ 2 ਮੰਜੇ ਹੇਠਾਂ ਵਰਾਂਡੇ 'ਚ ਵਿਛਾ ਲਏ। ਸਵੇਰੇ ਜਦੋਂ ਘਰ ਦੇ ਉੱਪਰੋਂ ਹੇਠਾਂ ਉਤਰ ਕੇ ਆਏ ਤਾਂ ਉਹੀ ਗੱਲ ਹੋ ਗਈ ਸੀ ਜਿਹਦਾ ਉਹਨਾਂ ਸਾਰਿਆਂ ਨੂੰ ਡਰ ਸੀ। ਇਹ ਤਾਂ ਸਿੱਧਾ ਕੇਸ ਬਣ ਸਕਦਾ ਸਾਡੇ ਉੱਤੇ। ਮੇਰੇ ਜੇਠ ਨੂੰ ਮੇਰੇ ਪਤੀ ਉੱਤੇ ਅੰਤਾਂ ਦਾ ਗੁੱਸਾ ਆ ਰਿਹਾ ਸੀ। ਸਾਡੇ ਨੇੜੇ ਹੀ ਦੇਵਨਗਰ ਦੇ ਸਬਜ਼ੀ ਵਾਲੇ ਚੌਂਕ 'ਚ ਡਾਕਟਰ ਬੰਗਾਲੀ ਸਾਡਾ ਫੈਮਿਲੀ ਡਾਕਟਰ ਸੀ, ਉਹਨੂੰ ਬੁਲਾ ਕੇ ਲਿਆਂਦਾ। ਮੈਨੂੰ ਦੇਖਦਿਆਂ ਸਾਰ ਉਹਨੇ ਐਡਵਾਈਜ਼ ਕੀਤਾ ਕਿ ਇਸਕੋ ਠੀਕ ਹੋਤੇ ਹੀ ਇਸਕੋ ਪੈਰੈਂਟਸ ਕੇ ਪਾਸ ਭੇਜ ਦੋ। ਸੋ ਕੁਛ ਦਿਨਾਂ ਪਿੱਛੋਂ ਜਦੋਂ ਮੈਂ ਠੀਕ ਹੋ ਗਈ, ਘਰ ਦੇ ਮੈਨੂੰ ਪਟਿਆਲੇ ਛੱਡ ਆਏ। ਫਿਰ 7-8 ਮਹੀਨੇ ਮੈਂ ਉੱਥੇ ਹੀ ਰਹੀ। ਮੇਰੇ ਪਤੀ ਦੇਵ ਨੂੰ ਉਨੀ ਦਿਨੀ ਪੰਜਾਬੀ ਲਿਖਣੀ ਨਹੀਂ ਸੀ ਆਉਂਦੀ। ਉਹ ਆਪਣੇ ਕਿਸੇ ਦੋਸਤ ਕੋਲੋਂ ਹਰ ਹਫ਼ਤੇ ਚਿੱਠੀ ਲਿਖਵਾ ਕੇ ਡਾਕ 'ਚ ਪਾਉਂਦੇ। ਮੈਂ ਉਹਨਾਂ ਨੂੰ ਪੰਜਾਬੀ 'ਚ ਉੱਤਰ ਲਿਖਦੀ। ਉਸੇ ਦੋਸਤ ਕੋਲੋਂ ਪੜਵਾਉਂਦੇ ਜਿਸ ਕੋਲੋਂ ਚਿੱਠੀ ਲਿਖਵਾਉਂਦੇ ਸੀ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਿਹਾ ਜਦ ਤੱਕ ਮੈਂ ਮੁੜ ਕੇ ਦਿੱਲੀ ਨਹੀਂ ਆ ਗਈ। 8-9 ਮਹੀਨੇ ਪਿੱਛੋਂ ਮੁੜ ਸਹੁਰੇ ਪੇਕੇ ਦੋਹਾਂ ਦੀ ਸੁਲ੍ਹਾ ਨਾਲ ਮੈਨੂੰ ਮੇਰੇ ਪਤੀ ਕੋਲ ਦਿੱਲੀ ਲੈ ਆਏ। ਹੁਣ ਮੈਂ ਉਸ ਸੀਮਾ ਤੱਕ ਆ ਪਹੁੰਚੀ ਸੀ ਜਿੱਥੇ ਆ ਕੇ ਮਾਪੇ ਆਪ ਕੁੜੀਆਂ ਨੂੰ ਜਵਾਨ ਹੋ ਗਈਆਂ ਧੀਆਂ ਕਹਿੰਦੇ ਹਨ। ਧੰਨਵਾਦ।